फौज साडे भैन भरा पंजाब पुलिस विचारे की करन मजदूरी बाहर करवा दित्तियां ने क्योंकि इज्जत साडी कमान जाती है। फिर असी ये पूरा कर रहे हैं कोई निज़ाम मेरे हिसाब से क्योंकि ज़िया नूं जदों दा गया ना उदों दी ते महंगाई जी सज्जनों तो मित्रों तो बेलिया मैं तुहाडा अपना नईम खान ते तुसीं वेखणे अल हदी न्यूज़ ते अज मेरे नाल सज्जन मित्र मौजूद ने जिहड़े रक्षा ड्राइवर ने ते उन्हां नूं पुछांगे कि महंगाई दे हवाले दे नाल तुसीं साडी हुकूमत दे बारे की कहना चाहोगे। जी अस्सलाम वालेकुम। वालेकुम अस्सलाम व रहमतुल्लाहि व बरकातहू। हाँ जी जी भाईजान की नाम अपना? मेरा नाम मंसूर है मसाजिद है जी। मंसूर साहब तुसीं ਇਹ ਦੱਸੋ कि रक्षा ड्राइवर चला के तुहाडा घर दा रोटी गुजर किदां चलदा? बाजी रोटी टुकर तुसी अचानक आ ही गए हो तो यार रोटी टुकर तुसी देख ही लिया है क्या देखन दिया सा कि ਇਹ ਵੇਖੋ ਹਾਲਾਤ ਵੇਖੋ ਇਹਨਾਂ ਦੇ ਰਕਸ਼ਾ ਚਲਾਉਂਦੇ ਨੇ ਤੇ ਉਹਨਾਂ ਦੀ ਐਨਕ ਦਾ ਇੱਕ ਸ਼ੀਸ਼ਾ ਵੀ ਨਹੀਂ ਹੈਗਾ ਤੇ ਇਹਦੇ ਤੋਂ ਤੁਸੀਂ ਖੂਬ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿੰਨੇ ਖੁਸ਼ਹਾਲ ਨੇ। ਅੱਛਾ ਕੀ ਯਾਨੀ ਕਿ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਇਹਨੇ ਕੋ ਤੁਸੀਂ ਖੁਸ਼ਹਾਲ ਜੇ ਕਿ ਆਪਣੀ ਐਨਕ ਦਾ ਸ਼ੀਸ਼ਾ ਨਹੀਂ ਪਵਾ ਸਕਦੇ? ਬਹੁਤ ਜੀ ਤੁਹਾਨੂੰ ਦੱਸ ਦਿੱਤਾ ਸੀ ਬਸ ਹੁਣ ਤੁਸੀਂ ਆ ਗਏ ਹੋ ਤੇ ਗੱਲ ਕੀ ਕਰਨੀ ਹੈ ਤੁਹਾਡੇ ਨਾਲ। ਇਹ ਸਾਹਮਣੇ ਢਾਬੇ ਤੋਂ ਰੋਟੀ ਖਾਧੀ ਹੈ ਤੇ ਚਾਹ ਪੀਤੀ ਤੇ ਥੋੜਾ ਜਿਹਾ ਫਰੈਸ਼ਮੈਂਟ ਲੈਣ ਡਿਆ ਸਾਂ ਤੇ ਵੇਖੋ ਰੱਬ ਨੇ ਤੁਹਾਨੂੰ ਇਤਫਾਕਨ ਭੇਜਤਾ ਕਿ ਮੈਂ ਸੋਚਣ ਡਿਆ ਸਾਂ ਯਾਰ ਇੱਕ ਅੱਗੇ ਐਨਕ ਦਾ ਸ਼ੀਸ਼ਾ ਨਹੀਂ ਹੈਗਾ ਤੇ ਦੂਸਰਾ ਹੁਣ ਮੈਂ ਸੋਚਣ ਡਿਆ ਸੀ ਉਹ ਪਵਾ ਲਵਾਂ ਲੇਕਿਨ ਉਹ ਕੋਈ ਨਹੀਂ ਪਵਾਇਆ ਜਾਣਾ। ਉਹਦੀ ਵਜ੍ਹਾ ਕਿਉਂਕਿ ਹਲੇ ਸਵਾਰੀ ਨਹੀਂ ਮਿਲੀ ਪੈਸੇ ਨਹੀਂ ਹੈ। ਉਹ ਇਹ ਸੋਚ ਰਿਹਾ ਸੀ ਕਿ ਇਹਨਾਂ 2 ਅਰਬ ਜਿਹੜਾ ਇਹ ਗਏ ਹੋਏ ਨੇ ਹੁਣ ਤੇ ਪੈਸੇ ਲੈ ਕੇ ਆ ਰਿਹਾ ਤੇ ਇਹ ਕਿੱਥੋਂ ਮੈਂ ਲਾਣੇ ਹੈਗੇ ਨੇ ਜਾਂ ਮੇਰੇ ਭਰਾਵਾਂ ਮਿੱਤਰਾਂ ਨੇ ਕਿੱਥੋਂ ਲਾਣੇ ਹੈਗੇ ਨੇ। ਮੈਂ ਸੋਚ ਕੇ ਰਹਿ ਰਿਹਾ ਕਿ ਅਗਲਾ ਵੀ ਸ਼ੀਸ਼ਾ ਮੈਨੂੰ ਵੇਚਣਾ ਪੈ ਰਿਹਾ। ਅੱਛਾ ਤੁਸੀਂ ਕਹਿ ਰਹੇ ਕਿ ਜਿਹੜਾ ਅਸੀਂ ਸਾਨੂੰ IMF ਤੋਂ ਨਵਾਂ ਕਰਜ਼ਾ ਲਿਆ ਹੈ ਯਾਨੀ ਕਿ ਉਹ ਵੀ ਕਰਜ਼ਾ ਅਸੀਂ ਹੀ ਦੇਣਾ ਹੈ। ਜ਼ਹਿਰੀ ਗੱਲ ਹੈ ਬਾਊ ਜੀ ਇਹ ਵੇਖੋ ਹੁਣ ਤੁਸੀਂ ਅਸੀਂ ਕਿਸੇ ਸਿਆਸਤ ਤੇ ਗੱਲ ਨਹੀਂ ਕਰਾਂਗੇ। ਅਸੀਂ ਮੁਸਲਮਾਨ ਆ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਫਿਰਕੇ ਰਹਿੰਦੇ ਨੇ ਅਸੀਂ ਸਾਰੇ ਮੁਸਲਮਾਨ ਰਾਹ ਸਾਡੀ ਇੱਕ ਜੰਨਤ ਲੈਣੀ ਹੈ। ਹੁਕਮਰਾਨ ਜਿਹੜਾ ਆਇਆ ਸੀ ਨਾ ਹੁਕਮਰਾਨ 2 ਉਹ ਅਯੂਬ ਖਾਨ ਸੀ ਤੇ ਜਾਂ ज़िया ਮੇਰੇ ਹਿਸਾਬ ਸੀ ਕਿਉਂਕਿ ज़िया ਨੂੰ ਜਦੋਂ ਦਾ ਗਿਆ ਨਾ ਉਦੋਂ ਦੀ ਤੇ ਮਹਿੰਗਾਈ ਉਦੋਂ ਨਹੀਂ ਸੀ ਕਿਉਂਕਿ ਮੈਂ ਨਿੱਕਾ ਹੀ ਆ ਸਾਂ। ਅਯੂਬ ਦਾ ਦੌਰ ਅਸੀਂ ਵੇਖਿਆ ਨਹੀਂ। ਦਾਦੇ ਪੜਦਾਦੇ ਦੱਸਦੇ ਸੀ ਕਿ ਪੁੱਤਰ ਇਹ ਗੱਲ ਹੋਈ ਸੀ ਉਹਨੂੰ ਇੱਕ ਵਾਰੀ ਕੁੱਤਾ ਕਿਹਾ ਗਿਆ ਸੀ ਕੋਈ ਗਲਤੀ ਹੋ ਗਈ ਉਹਦੇ ਖਾਨਦਾਨ ਵਿੱਚ ਪੋਤਰੇ ਕੋਲ ਹੋਈ ਪੁੱਤਰ ਕੋਲ ਹੋਈ ਉਹਨੇ ਕਿਹਾ ਮੈਂ ਇਸ ਗੱਦੀ ਦੇ ਕਾਬਿਲ ਨਹੀਂ ਕਿਉਂਕਿ ਮੈਂ ਆਕਾ ਨਾਲ ਇਸ਼ਕ ਕਰਨਾ ਮੈਂ ਤਾਂ ਨਹੀਂ ਇਹਦੇ ਤੇ ਬਹਿ ਸਕਦਾ। ਉਹਨੇ ਅਸਤੀਫਾ ਦੇ ਦਿੱਤਾ ਤੇ ਜੇ ज़िया ਨੇ ਉਸ ਤੋਂ ਬਾਅਦ ਸੋਚਿਆ ਤਾਂ ਉਹਨੂੰ ਮਰਵਾ ਦਿੱਤਾ ਗਿਆ ਵੀ ਅੱਗੋਂ ਮਰਵਾਉਂਦੇ ਰਹਿਣਗੇ। ਅਸੀਂ ਤਾਂ ਮਹਿੰਗਾਈ ਦੇ ਬਾਰੇ 'ਚ ਇਹ ਆ ਕਿ ਇਹਨਾਂ ਦੇ ਲੋਕ ਜਿਹੜੇ ਨੇ ਅਮੀਰ ਹੋਈ ਜਾ ਰਹੇ ਨੇ 2 ਅਰਬ ਜਿਹੜਾ ਇਹਨਾਂ ਦੇ ਅੱਗੋਂ ਪੁੱਤਰਾਂ ਨੇ ਗੱਡੀਆਂ ਅੱਛੀਆਂ ਲੈਣੀਆਂ ਨੇ ਤੇ ਮੈਂ ਇਹ ਸੋਚਣ ਡਿਆ ਸੀ ਕਿ ਤਾਂ ਇਹ ਲਾਣਾ ਅਸੀਂ ਦੂਸਰਾ ਸ਼ੀਸ਼ਾ ਮੈਂ ਵੇਚ ਕੇ ਲਾਵਾਂਗਾ ਇਨਸ਼ਾਅੱਲਾ ਤਾਲਾ। ਲੇਕਿਨ ਆਵਾਮ ਨੂੰ ਮੈਂ ਪੈਗਾਮ ਦੇਣਾ ਚਾਹਨਾ ਯਾਰ ਇਹਨਾਂ ਕੁਛ ਨਹੀਂ ਕਰਨਾ ਤੁਸੀਂ ਆਪਣੇ ਹੱਕ ਲਈ ਆਪ ਹੀ ਨਿਕਲਣਾ ਹੈ ਤੇ ਇਹਨਾਂ ਕੋਲ ਤੁਸੀਂ ਆਪ ਹੱਕ ਮੰਗਣਾ ਉਹ ਕਿਸੇ ਤਰੀਕੇ ਨਾਲ ਰਲ ਮਿਲ ਕੇ ਲੈ ਲਈਏ ਜਾਂ ਜਿਸ ਤਰ੍ਹਾਂ ਵੀ ਹੈ। ਇਹ ਤਾਂ ਸਾਡੇ ਕੋਲੋਂ ਲੈਣਗੇ ਬਿੱਲਾਂ ਥਾਨੀ ਵੀ ਦਾਲ ਥਾਨੀ ਵੀ ਹਰ ਸ਼ੈ ਥਾਨੀ ਵੀ 14 ਦੀ ਰੋਟੀ ਕਰਕੇ ਕੋਈ ਮਹਿੰਗਾਈ ਘਟਾ ਦਿੱਤੀ ਕੋਈ ਨਹੀਂ ਘਟਾਈ। ਅਸੀਂ ਰਕਸ਼ਾ ਡਰਾਈਵਰ ਕਿੱਥੋਂ ਕਰੀਏ ਯਾਰ। ਉਹ ਮੇਰਾ ਤਾਂ ਆਪਣਾ ਰਕਸ਼ਾ ਹੈ ਯਾਰ ਜਿਹੜਾ ਵਿਚਾਰਾ ਦਿਹਾੜੀ ਤੇ ਚਲਾਉਂਦਾ ਹੁੰਦਾ ਕੀ ਹੋਏਗਾ। ਮੈਨੂੰ ਪਤਾ ਸਪੇਅਰ ਪਾਰਟ ਨਹੀਂ ਪੂਰਾ ਹੁੰਦਾ ਕੋਈ ਨਹੀਂ ਪੂਰਾ ਹੋ ਰਿਹਾ ਭਾਜੀ ਤੇ ਅੱਲਾ ਦੇ ਹੀ ਚੱਲ ਰਿਹਾ ਅੱਲਾ ਦੇ ਫਿਰ ਦਿੰਦਾ ਹੀ ਹੈ ਲੇਕਿਨ ਇਹ ਕੋਈ ਰੋਲਾ ਨਹੀਂ ਇਹਨਾਂ ਦੇ ਕੋਈ ਤਵੱਕੋ ਨਹੀਂ ਸਾਡੇ। ਯਾਨੀ ਕਿ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਤੁਹਾਨੂੰ ਮੌਜੂਦਾ ਹਕੂਮਤ ਤੇ ਕੋਈ ਉਮੀਦ ਨਹੀਂ ਕਿ ਆਵਾਮ ਨੂੰ ਰਿਲੀਫ ਦੇਣਗੇ ਕਿਸੇ ਕਿਸਮ ਦਾ? ਯਾਰ ਮੈਂ ਤਾਂ ਦੱਸ ਦਿੱਤਾ ਅਯੂਬ ਤੋਂ ਬਾਅਦ ਤੇ ज़िया ਤੋਂ ਬਾਅਦ ਉਸ ਤੋਂ ਬਾਅਦ ਤਾਂ ਸਾਨੂੰ ਜਿਹੜਾ ਵੀ ਆਇਆ ਉਹ 1.5-2 ਸਾਲ ਬਾਅਦ ਗਰਦਾਰ ਹੋ ਗਿਆ। ਉਹ ਤਾਂ ਮੁਸਲਮਾਨ ਵੀ ਰਿਹਾ ਤੇ ਨਾ ਪਾਕਿਸਤਾਨ ਦੇ ਹੱਕ 'ਚ ਰਿਹਾ ਉਹ ਗਰਦਾਰ ਹੋ ਗਿਆ। ਫਿਰ ਅਸੀਂ ਅਗਲਾ ਨਵਾਂ ਗਰਦਾਰ ਲੱਭਿਆ ਉਹ 3 ਸਾਲਾਂ ਬਾਅਦ ਉਹ ਗਰਦਾਰ ਹੋ ਗਿਆ। ਇਹ 20-25 ਸਾਲ ਗਰਦਾਰੀ 'ਚ ਚੱਲ ਰਹੇ ਨੇ ਅੱਗੋਂ ਨਜ਼ਰਦਾਰੀ ਪਤਾ ਨਹੀਂ ਕੀ ਕਰਦਾ ਸਾਨੂੰ ਨਹੀਂ ਪਤਾ ਕੀ ਕਰੇਗਾ। ਲੇਕਿਨ ਸਾਡੀ ਇਹਨਾਂ ਖੁਦਾ ਕਸਮ ਇਸ ਤਾਂ ਬਾਹਰ ਕਰਵਾ ਦਿੱਤੀਆਂ ਨੇ ਕਿਉਂਕਿ ਇੱਜ਼ਤ ਸਾਡੀ ਕਮਾਨ ਜਾਂਦੀ ਹੈ। ਫਿਰ ਅਸੀਂ ਇਹ ਪੂਰਾ ਕਰ ਰਹੇ ਹਾਂ ਕੋਈ ਨਿਜ਼ਾਮ ਉਹ ਵੀ ਸਿਰਫ ਦਾਲ ਰੋਟੀ ਇਸ ਤੋਂ ਵੱਧ ਨਹੀਂ। ਤੁਸੀਂ ਜਿਹੜੇ 2 ਸਾਡੇ ਸਿਆਸੀ ਪਾਰਟੀਆਂ ਦੀ ਵਜ੍ਹਾ ਤੋਂ ਲੜਦੇ ਨੇ ਇੱਕ ਦੂਸਰੇ ਦਾ ਦਫਾ ਕਰਦੇ ਨੇ ਉਹ ਕਿਸੇ ਵੀ ਪਾਰਟੀ ਨਾਲ ਤਾਲੁਕ ਹੈ ਉਹਨਾਂ ਦੋਸਤਾਂ ਨੂੰ ਜਿਹੜੇ ਪਾਰਟੀਆਂ ਨਾਲ ਆਪਣੀ ਪਾਰਟੀ ਦੀ ਦਿਫਾ ਕਰਦੇ ਨੇ ਬਜਾਏ ਕਿ ਪਾਕਿਸਤਾਨ ਦੇ ਪਾਰਟੀਆਂ ਦਾ ਦਿਫਾ ਕਰਦੇ ਉਹਨਾਂ ਦੋਸਤਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਵੱਡੇ ਭਾਈ ਮੈਂ ਉਹਨਾਂ ਨੂੰ ਇਹ ਪੈਗਾਮ ਦੇਣਾ ਚਾਹਨਾ ਵੇਖੋ ਮੈਂ ਪਹਿਲੇ ਗੱਲ ਮੁਕਾ ਦਿੱਤੀ ਹੈ ਐਨਕ ਤੇ ठीक है।
ਦੂਸਰੀ ਗੱਲ ਮੈਂ ਮਕਾਨ ਡਿਆ ਹੁਕਮਰਾਨਾਂ ਤੇ ਕਿ ਯਾਰ ਜਿਹੜਾ ਯੂਬ ਖਾਨ ਤੋਂ ਬਾਅਦ ਜ਼ਿਆ ਤੋਂ ਬਾਅਦ ਵੇਖੋ ਗਰਦਾਰ ਹੀ ਆਏ ਨੇ 1.5 ਸਾਲ ਬਾਅਦ 2 ਸਾਲ ਬਾਅਦ ਗਰਦਾਰ। ਤੇ ਇਹੋ ਹੀ ਮੈਂ ਤੁਹਾਨੂੰ ਪਹਿਲੇ ਵੀ ਸ਼ਾਰਟਕਟ ਦੱਸ ਦਿੱਤਾ ਹੈ। ਤੁਹਾਡੇ ਸਵਾਲ ਮੈਨੂੰ ਪਤਾ ਸੀ ਤੁਸੀਂ ਸਵਾਲ ਕਰੋਗੇ, ਮੈਂ ਸਵਾਲਾਂ ਦਾ ਜਵਾਬ ਪਹਿਲੇ ਦੇ ਦਿੱਤਾ ਹੈ ਕਿ ਅਸੀਂ ਰਲ ਮਿਲ ਕੇ ਬਾਹਰ ਨਿਕਲਾਂਗੇ ਤੇ ਕਾਬੂ ਆਣਗੇ। ਨਹੀਂ ਤੇ ਗੱਡੀਆਂ ਵੀ ਇਹ ਨਵੀਆਂ ਇਹਨਾਂ ਦੀਆਂ, ਇਹਨਾਂ ਕੋਲ ਹਰਸ਼ ਹੈ। ਅਸੀਂ ਤਾਂ ਮਾੜੇ ਬੰਦੇ, ਸਾਡੀ ਪਾਕ ਫੌਜ, ਸਾਡੇ ਭੈਣ ਭਰਾ ਪੰਜਾਬ ਪੁਲਿਸ ਵਿੱਚ ਵਿਚਾਰੇ ਕੀ ਕਰਨ ਮਜ਼ਦੂਰੀ, ਲੇਕਿਨ ਉਹਨਾਂ ਨੂੰ ਵੀ ਇਹ ਚਾਹੀਦਾ ਯਾਰ ਇਨਕਲਾਬ ਵਿੱਚ ਸ਼ਾਮਲ ਹੋਵੋ, ਅਦਾਰੇ ਵੀ ਇਨਕਲਾਬ ਵਿੱਚ ਸ਼ਾਮਲ ਹੋਣ ਤੇ ਆਵਾਮ ਵੀ ਸ਼ਾਮਲ ਹੋਵੇ। ਉਸ ਤੋਂ ਇਲਾਵਾ ਨਹੀਂ ਗੱਲ ਬਣੀ। ਤੁਹਾਨੂੰ ਉਮੀਦ ਹੈ ਕਿ ਇਮਰਾਨ ਖਾਨ ਇਨਕਲਾਬ ਲੈ ਆਏਗਾ? ਇਨਸ਼ਾਅੱਲਾ ਤਾਲਾ ਅੱਲਾ ਨੇ ਚਾਹਿਆ ਤੇ ਬਾਕੀ ਰੱਬ ਨੇ ਜੋ ਕਰਨਾ ਹੈ ਹੋਣਾ ਉਹ ਹੀ ਹੈ ਭਾਜੀ। ਲੇਕਿਨ ਮੈਂ ਪੈਗਾਮ ਇਹ ਦਿੱਤਾ ਹੈ ਆਪਣੀ ਪੰਜਾਬ ਪੁਲਿਸ ਨੂੰ ਵੀ, ਪੰਜਾਬ ਪਾਕ ਫੌਜ ਨੂੰ ਵੀ, ਸਰਹੱਦਾਂ ਵਾਲਿਆਂ ਨੂੰ ਵੀ ਕਿ ਯਾਰ ਤੁਸੀਂ ਵੀ ਨਿਕਲੋ ਸਾਡੇ ਲਈ ਜੇ ਜੰਨਤ ਲੈਣੀ ਹੈ। ਉਸ ਤੋਂ ਇਲਾਵਾ ਕੋਈ ਹੱਲ ਨਹੀਂ, ਕਿਉਂਕਿ ਅਸੀਂ ਨਿਕਲਾਂਗੇ ਸਾਡੇ ਧੌਣ 'ਚ ਪੈਣਗੀਆਂ ਪਰਚੇ ਖਰਚੇ। ਅਸੀਂ ਕਿੱਥੋਂ ਗਰਦਾਰ ਬਣੀਏ? ਅਸੀਂ ਮੁਹੱਬੇ ਵਤਨ ਅਹਿਲੇ ਈਮਾਨ ਆ, ਅਹਿਲੇ ਬੈਤ ਤੇ ਈਮਾਨ ਰੱਖਨੇ ਆ, ਸਹਾਬਾ ਇਕਰਾਮ ਤੇ ਅਸੀਂ ਈਮਾਨ ਰੱਖਨੇ ਆ। ਅਸੀਂ ਤਾਂ ਫਿਰ ਪੁਰਅਮਨ ਰਹਿਣਾ। ਜੀ ਦੋਸਤੋ, ਤੁਸੀਂ ਸਾਜਦ ਸਾਹਿਬ ਦੀਆਂ ਗੱਲਾਂ ਸੁਣੀਆਂ। ਅੱਜ ਦੀ ਵੀਡੀਓ ਕੈਸੀ ਲੱਗੀ ਆਪਣੀ ਰਾਏ ਤੋਂ ਜ਼ਰੂਰ ਆਖਾ। ਤੁਸੀਂ ਸਾਡੇ ਸੱਜਣ ਤਬੀਲੀ ਦੀਆਂ ਗੱਲਾਂ ਸੁਣੀਆਂ, ਕਿੱਦਾਂ ਦੀਆਂ ਲੱਗੀਆਂ? ਨਈਮ ਖਾਨ ਦੀ ਟੀਮ ਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਨਾਲ। ਅਲ ਹਾਦੀ ਨੂੰ ਸਬਸਕ੍ਰਾਈਬ ਦੇ ਨਾਲ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।